ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਚਲਾ ਰਹੀ ਸੰਸਥਾ ICE ਵੱਲੋਂ ਇੱਕ ਬਜ਼ੁਰਗ ਪੰਜਾਬੀ ਔਰਤ ਨੂੰ ਨਜ਼ਰਬੰਦ ਕਰਨ ਦਾ ਸਥਾਨਕ ਲੋਕਾਂ ਵੱਲੋਂ ਭਾਰੀ ਵਿਰੋਧ ਹੋ ਰਿਹਾ ਹੈ। 73 ਸਾਲ ਦੀ ਹਰਜੀਤ ਕੌਰ 1992 ਵਿੱਚ ਦੋ ਬੱਚਿਆਂ ਦੀ ਇਕੱਲੀ ਮਾਂ ਵਜੋਂ ਭਾਰਤ ਤੋਂ ਅਮਰੀਕਾ ਆਈ ਸੀ। ICE ਵੱਲੋਂ ਬਜ਼ੁਰਗ ਨੂੰ ਸੈਨ ਫਰਾਂਸਿਸਕੋ ਦੇ ਹਰੀਕੁਲਸ ਸ਼ਹਿਰ ਦੇ ਵਿੱਚ ਅਚਾਨਕ ਹੀ ਜਾਂਚ ਦੌਰਾਨ ਹਿਰਾਸਤ ਵਿੱਚ ਲੈ ਲਿੱਤਾ ਗਿਆ। ਉਸ ਨੂੰ 8 ਸਤੰਬਰ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਅਤੇ ਅਗਲੇ ਦਿਨ ਉਸ ਨੂੰ ਬੇਕਰਸਫੀਲਡ ਦੇ ਮੇਸਾ ਵਰਡੇ ਨਜ਼ਰਬੰਦੀ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ। ਸੋ ਰਿਪੋਰਟ ਮੁਤਾਬਕ ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇ ਇਲਾਕੇ ਵਿੱਚ ਰਹਿ ਰਹੀ ਹੈ। ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ ਸਥਾਨਕ ਤੌਰ ਤੇ ਉੱਥੇ ਬਰਕਲੇ ਤੇ ਸਾੜੀ ਪੈਲੇਸ ਵਿੱਚ ਲੰਮੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਸੀ। ਬਹੁਤ ਸਾਰੇ ਸਾਬਕਾ ਗਾਹਕ ਉਸ ਨੂੰ ਦਾਦੀ ਵੀ ਕਹਿੰਦੇ ਸਨ। ਉਸ ਦੀ ਪੋਤੀ ਸੁਖਦੀਪ ਕੌਰ ਨੇ ਇੱਕ ਰੈਲੀ ਦੌਰਾਨ ਕਿਹਾ ਹੈ ਕਿ ਉਹ ਅਪਰਾਧੀ ਨਹੀਂ ਹੈ। ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ। ਸ਼ੁੱਕਰਵਾਰ ਨੂੰ ਲਗਭਗ 200 ਸਮਰਥਕ ਅਲ ਸੋਬਰਾਂਟੋ ਸਿੱਖ ਗੁਰਦੁਆਰੇ ਵਿੱਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ। ਅਟਲ ਵੈਸਟ ਕੋਸਟਾ ਅਤੇ ਸਿੱਖ ਸੈਂਟਰ ਵੱਲੋਂ ਸੱਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਰਕੁਲਸ ਸਿਟੀ ਕੌਂਸਲ ਦੇ ਮੈਂਬਰ ਡੀਲੀ ਨੇ ਕਿਹਾ ਕਿ ਉਹ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ ਹੈ। ਉਹ ਸਾਡੇ ਵਾਂਗ ਕਾਨੂੰਨ ਦੀ ਪਾਲਣਾ ਕਰਨ ਵਾਲੀ ਇਨਸਾਨ ਹੈ। ਉਸ ਦੀ ਨੂੰਹ ਮਨਜੀਤ ਕੌਰ ਭੀੜ ਨੂੰ ਸੰਬੋਧਨ ਕਰਦੇ ਹੋਏ ਰੋ ਪਈ। ਸਾਡੇ ਡਰ, ਮੈਨੂੰ ਉਮੀਦ ਹੈ ਕਿ ਉਹ ਸੱਚ ਨਹੀਂ ਹੋਣਗੇ। ਮੈਨੂੰ ਪ੍ਰਾਰਥਨਾ ਕਰ ਰਹੀ ਹਾਂ ਕਿ ਉਹ ਉੱਥੇ ਠੀਕ ਰਹੇ। ਉਹ ਮੇਰੇ ਲਈ ਸਭ ਕੁਝ ਹੈ। ਪਰਿਵਾਰ ਨੇ ਕਿਹਾ ਕਿ ਉਸਨੇ 2012 ਵਿੱਚ ਉਸ ਦੇ ਸ਼ਰਨ ਦੇ ਦਾਅਵੇ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ICE ਦੀਆਂ ਨਿਗਰਾਨੀ ਦੀਆਂ ਜ਼ਰੂਰਤਾਂ ਦੀ ਵਾਰ-ਵਾਰ ਪਾਲਣਾ ਕੀਤੀ ਹੈ ਅਤੇ ਕਦੇ ਵੀ ਦੇਸ਼ ਨਿਕਾਲੇ ਦਾ ਵਿਰੋਧ ਨਹੀਂ ਕੀਤਾ। ਰਿਸ਼ਤੇਦਾਰਾਂ ਮੁਤਾਬਕ ਉਸਨੇ ਭਾਰਤੀ ਵਣਜ ਸਫਾਰਤਖਾਨੇ ਤੋਂ ਯਾਤਰਾ ਦੇ ਦਸਤਾਵੇਜ਼ ਵੀ ਮੰਗੇ ਸਨ ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ। ਮਨਜੀਤ ਕੌਰ ਨੇ ਪੁੱਛਿਆ ਕਿ ICE ਪਿਛਲੇ 13 ਸਾਲਾਂ ਤੋਂ ਉਸ ਦੇ ਯਾਤਰਾ ਦਸਤਾਵੇਜ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ICE ਇਸ ਨੂੰ 13 ਸਾਲਾਂ ਵਿੱਚ ਪ੍ਰਾਪਤ ਨਹੀਂ ਕਰ ਸਕਦਾ ਤਾਂ ਅਸੀਂ ਇਸ ਨੂੰ ਕਿਵੇਂ ਪ੍ਰਾਪਤ ਕਰਾਂਗੇ? ਹਰਜੀਤ ਕੌਰ ਦੇ ਰਿਸ਼ਤੇਦਾਰ ਉਸ ਦੀ ਸਿਹਤ ਬਾਰੇ ਵੀ ਚਿੰਤਿਤ ਨੇ, ਜੋ ਥਾਇਰਾਇਡ ਦੀ ਬਿਮਾਰੀ, ਗੋਡੇ ਦਰਦ, ਮਾਈਗ੍ਰੇਨ ਅਤੇ ਤਣਾਅ ਦੀ ਬਿਮਾਰੀ ਤੋਂ ਪੀੜਿਤ ਹੈ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਨਜ਼ਰਬੰਦੀ ਵਿੱਚ ਆਪਣੀਆਂ ਦਵਾਈਆਂ ਦੀ ਪੂਰੀ ਪਹੁੰਚ ਨਹੀਂ ਮਿਲ ਰਹੀ। ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਆਖਰੀ ਵਾਰ ਫੋਨ ਉੱਤੇ ਗੱਲ ਕੀਤੀ ਤਾਂ ਉਹ ਰੋ ਰਹੀ ਸੀ ਅਤੇ ਮਦਦ ਲਈ ਬੇਨਤੀ ਕਰ ਰਹੀ ਸੀ। ਸੋ ਸੰਸਦ ਮੈਂਬਰ ਜੋਨ ਗਾਰਾਮੈਂਡੀ ਨੇ ਉਸ ਦੀ ਨਜ਼ਰਬੰਦੀ ਨੂੰ ਗਲਤ ਕਿਹਾ ਅਤੇ ICE ਉੱਤੇ ਉਸ ਦੀ ਰਿਹਾਈ ਲਈ ਦਬਾਅ ਪਾਇਆ। ਉਸ ਦੇ ਪਰਿਵਾਰ ਨੇ ਹਰਜੀਤ ਕੌਰ ਦੇ ਨਾਂ ਦੀ ਵੈਬਸਾਈਟ ਵੀ ਸ਼ੁਰੂ ਕੀਤੀ ਹੈ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਉਹ ਗਾਰਾਮੈਂਡੀ, ਸੈਨੇਟਰ ਐਲੈਕਸ ਪੈਡੀਲਾ ਅਤੇ ਲੋਫੋਜ਼ਾ ਬਟਲਰ ਅਤੇ ਵਾਈਟ ਹਾਊਸ ਸਮੇਤ ਚੁਣੇ ਹੋਏ ਅਧਿਕਾਰੀਆਂ ਤੱਕ ਪਹੁੰਚਣ। ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਚਲਾ ਰਹੀ ਸੰਸਥਾ ICE ਵੱਲੋਂ ਇੱਕ ਬਜ਼ੁਰਗ ਪੰਜਾਬੀ ਔਰਤ ਨੂੰ ਨਜ਼ਰਬੰਦ ਕਰਨ ਦਾ ਸਥਾਨਕ ਲੋਕਾਂ ਵੱਲੋਂ ਭਾਰੀ ਵਿਰੋਧ ਹੋ ਰਿਹਾ ਹੈ। 73 ਸਾਲ ਦੀ ਹਰਜੀਤ ਕੌਰ 1992 ਵਿੱਚ ਦੋ ਬੱਚਿਆਂ ਦੀ ਇਕੱਲੀ ਮਾਂ ਵਜੋਂ ਭਾਰਤ ਤੋਂ ਅਮਰੀਕਾ ਆਈ ਸੀ। ICE ਵੱਲੋਂ ਬਜ਼ੁਰਗ ਨੂੰ ਸੈਨ ਫਰਾਂਸਿਸਕੋ ਦੇ ਹਰੀਕੁਲਸ ਸ਼ਹਿਰ ਦੇ ਵਿੱਚ ਅਚਾਨਕ ਹੀ ਜਾਂਚ ਦੌਰਾਨ ਹਿਰਾਸਤ ਵਿੱਚ ਲੈ ਲਿੱਤਾ ਗਿਆ। ਉਸ ਨੂੰ 8 ਸਤੰਬਰ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਅਤੇ ਅਗਲੇ ਦਿਨ ਉਸ ਨੂੰ ਬੇਕਰਸਫੀਲਡ ਦੇ ਮੇਸਾ ਵਰਡੇ ਨਜ਼ਰਬੰਦੀ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ। ਸੋ ਰਿਪੋਰਟ ਮੁਤਾਬਕ ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇ ਇਲਾਕੇ ਵਿੱਚ ਰਹਿ ਰਹੀ ਹੈ। ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ ਸਥਾਨਕ ਤੌਰ ਤੇ ਉੱਥੇ ਬਰਕਲੇ ਤੇ ਸਾੜੀ ਪੈਲੇਸ ਵਿੱਚ ਲੰਮੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਸੀ। ਬਹੁਤ ਸਾਰੇ ਸਾਬਕਾ ਗਾਹਕ ਉਸ ਨੂੰ ਦਾਦੀ ਵੀ ਕਹਿੰਦੇ ਸਨ। ਉਸ ਦੀ ਪੋਤੀ ਸੁਖਦੀਪ ਕੌਰ ਨੇ ਇੱਕ ਰੈਲੀ ਦੌਰਾਨ ਕਿਹਾ ਹੈ ਕਿ ਉਹ ਅਪਰਾਧੀ ਨਹੀਂ ਹੈ। ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ। ਸ਼ੁੱਕਰਵਾਰ ਨੂੰ ਲਗਭਗ 200 ਸਮਰਥਕ ਅਲ ਸੋਬਰਾਂਟੋ ਸਿੱਖ ਗੁਰਦੁਆਰੇ ਵਿੱਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ। ਅਟਲ ਵੈਸਟ ਕੋਸਟਾ ਅਤੇ ਸਿੱਖ ਸੈਂਟਰ ਵੱਲੋਂ ਸੱਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਰਕੁਲਸ ਸਿਟੀ ਕੌਂਸਲ ਦੇ ਮੈਂਬਰ ਡੀਲੀ ਨੇ ਕਿਹਾ ਕਿ ਉਹ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ ਹੈ। ਉਹ ਸਾਡੇ ਵਾਂਗ ਕਾਨੂੰਨ ਦੀ ਪਾਲਣਾ ਕਰਨ ਵਾਲੀ ਇਨਸਾਨ ਹੈ। ਉਸ ਦੀ ਨੂੰਹ ਮਨਜੀਤ ਕੌਰ ਭੀੜ ਨੂੰ ਸੰਬੋਧਨ ਕਰਦੇ ਹੋਏ ਰੋ ਪਈ। ਸਾਡੇ ਡਰ, ਮੈਨੂੰ ਉਮੀਦ ਹੈ ਕਿ ਉਹ ਸੱਚ ਨਹੀਂ ਹੋਣਗੇ। ਮੈਨੂੰ ਪ੍ਰਾਰਥਨਾ ਕਰ ਰਹੀ ਹਾਂ ਕਿ ਉਹ ਉੱਥੇ ਠੀਕ ਰਹੇ। ਉਹ ਮੇਰੇ ਲਈ ਸਭ ਕੁਝ ਹੈ। ਪਰਿਵਾਰ ਨੇ ਕਿਹਾ ਕਿ ਉਸਨੇ 2012 ਵਿੱਚ ਉਸ ਦੇ ਸ਼ਰਨ ਦੇ ਦਾਅਵੇ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ICE ਦੀਆਂ ਨਿਗਰਾਨੀ ਦੀਆਂ ਜ਼ਰੂਰਤਾਂ ਦੀ ਵਾਰ-ਵਾਰ ਪਾਲਣਾ ਕੀਤੀ ਹੈ ਅਤੇ ਕਦੇ ਵੀ ਦੇਸ਼ ਨਿਕਾਲੇ ਦਾ ਵਿਰੋਧ ਨਹੀਂ ਕੀਤਾ। ਰਿਸ਼ਤੇਦਾਰਾਂ ਮੁਤਾਬਕ ਉਸਨੇ ਭਾਰਤੀ ਵਣਜ ਸਫਾਰਤਖਾਨੇ ਤੋਂ ਯਾਤਰਾ ਦੇ ਦਸਤਾਵੇਜ਼ ਵੀ ਮੰਗੇ ਸਨ ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ। ਮਨਜੀਤ ਕੌਰ ਨੇ ਪੁੱਛਿਆ ਕਿ
ICE ਪਿਛਲੇ 13 ਸਾਲਾਂ ਤੋਂ ਉਸ ਦੇ ਯਾਤਰਾ ਦਸਤਾਵੇਜ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ICE ਇਸ ਨੂੰ 13 ਸਾਲਾਂ ਵਿੱਚ ਪ੍ਰਾਪਤ ਨਹੀਂ ਕਰ ਸਕਦਾ ਤਾਂ ਅਸੀਂ ਇਸ ਨੂੰ ਕਿਵੇਂ ਪ੍ਰਾਪਤ ਕਰਾਂਗੇ। ਹਰਜੀਤ ਕੌਰ ਦੇ ਰਿਸ਼ਤੇਦਾਰ ਉਸ ਦੀ ਸਿਹਤ ਬਾਰੇ ਵੀ ਚਿੰਤਿਤ ਨੇ, ਜੋ ਥਾਇਰਾਇਡ ਦੀ ਬਿਮਾਰੀ, ਗੋਡੇ ਦਰਦ, ਮਾਈਗ੍ਰੇਨ ਅਤੇ ਤਣਾਅ ਦੀ ਬਿਮਾਰੀ ਤੋਂ ਪੀੜਿਤ ਹੈ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਨਜ਼ਰਬੰਦੀ ਵਿੱਚ ਆਪਣੀਆਂ ਦਵਾਈਆਂ ਦੀ ਪੂਰੀ ਪਹੁੰਚ ਨਹੀਂ ਮਿਲ ਰਹੀ। ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਆਖਰੀ ਵਾਰ ਫੋਨ ਉੱਤੇ ਗੱਲ ਕੀਤੀ ਤਾਂ ਉਹ ਰੋ ਰਹੀ ਸੀ ਅਤੇ ਮਦਦ ਲਈ ਬੇਨਤੀ ਕਰ ਰਹੀ ਸੀ। ਸੋ ਸੰਸਦ ਮੈਂਬਰ ਜੋਨ ਗਾਰਾਮੈਂਡੀ ਨੇ ਉਸ ਦੀ ਨਜ਼ਰਬੰਦੀ ਨੂੰ ਗਲਤ ਕਿਹਾ ਅਤੇ ICE ਉੱਤੇ ਉਸ ਦੀ ਰਿਹਾਈ ਲਈ ਦਬਾਅ ਪਾਇਆ। ਉਸ ਦੇ ਪਰਿਵਾਰ ਨੇ ਹਰਜੀਤ ਕੌਰ ਦੇ ਨਾਂ ਦੀ ਵੈਬਸਾਈਟ ਵੀ ਸ਼ੁਰੂ ਕੀਤੀ ਹੈ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਉਹ ਗਾਰਾਮੈਂਡੀ, ਸੈਨੇਟਰ ਐਲੈਕਸ ਪੈਡੀਲਾ ਅਤੇ ਲੋਫੋਜ਼ਾ ਬਟਲਰ ਅਤੇ ਵਾਈਟ ਹਾਊਸ ਸਮੇਤ ਚੁਣੇ ਹੋਏ ਅਧਿਕਾਰੀਆਂ ਤੱਕ ਪਹੁੰਚਣ। ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਚਲਾ ਰਹੀ ਸੰਸਥਾ ICE ਵੱਲੋਂ ਇੱਕ ਬਜ਼ੁਰਗ ਪੰਜਾਬੀ ਔਰਤ ਨੂੰ ਨਜ਼ਰਬੰਦ ਕਰਨ ਦਾ ਸਥਾਨਕ ਲੋਕਾਂ ਵੱਲੋਂ ਭਾਰੀ ਵਿਰੋਧ ਹੋ ਰਿਹਾ ਹੈ। 73 ਸਾਲ ਦੀ ਹਰਜੀਤ ਕੌਰ 1992 ਵਿੱਚ 2 ਬੱਚਿਆਂ ਦੀ ਇਕੱਲੀ ਮਾਂ ਵਜੋਂ ਭਾਰਤ ਤੋਂ ਅਮਰੀਕਾ ਆਈ ਸੀ। ICE ਵੱਲੋਂ ਬਜ਼ੁਰਗ ਨੂੰ ਸੈਨ ਫਰਾਂਸਿਸਕੋ ਦੇ ਹਰੀਕੁਲਸ ਸ਼ਹਿਰ ਦੇ ਵਿੱਚ ਅਚਾਨਕ ਹੀ ਜਾਂਚ ਦੌਰਾਨ ਹਿਰਾਸਤ ਵਿੱਚ ਲੈ ਲਿੱਤਾ ਗਿਆ। ਉਸ ਨੂੰ 8 ਸਤੰਬਰ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਅਤੇ ਅਗਲੇ ਦਿਨ ਉਸ ਨੂੰ ਬੇਕਰਸਫੀਲਡ ਦੇ ਮੇਸਾ ਵਰਡੇ ਨਜ਼ਰਬੰਦੀ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ। ਸੋ ਰਿਪੋਰਟ ਮੁਤਾਬਕ ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇ ਇਲਾਕੇ ਵਿੱਚ ਰਹਿ ਰਹੀ ਹੈ। ਉਹਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਹ ਸਥਾਨਕ ਤੌਰ ਤੇ ਉੱਥੇ ਬਰਕਲੇ ਤੇ ਸਾੜੀ ਪੈਲੇਸ ਵਿੱਚ ਲੰਮੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਸੀ। ਬਹੁਤ ਸਾਰੇ ਸਾਬਕਾ ਗਾਹਕ ਉਸ ਨੂੰ ਦਾਦੀ ਵੀ ਕਹਿੰਦੇ ਸਨ। ਉਸ ਦੀ ਪੋਤੀ ਸੁਖਦੀਪ ਕੌਰ ਨੇ ਇੱਕ ਰੈਲੀ ਦੌਰਾਨ ਕਿਹਾ ਹੈ ਕਿ ਉਹ ਅਪਰਾਧੀ ਨਹੀਂ ਹੈ, ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ। ਸ਼ੁੱਕਰਵਾਰ ਨੂੰ ਲਗਭਗ 200 ਸਮਰਥਕ ਅਲ ਸੋਬਰਾਂਟੋ ਸਿੱਖ ਗੁਰਦੁਆਰੇ ਵਿੱਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ। ਅਟਲ ਵੈਸਟ ਕੋਸਟਾ ਅਤੇ ਸਿੱਖ ਸੈਂਟਰ ਵੱਲੋਂ ਸੱਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਰਕੁਲਸ ਸਿਟੀ ਕੌਂਸਲ ਦੇ ਮੈਂਬਰ ਡੀਲੀ ਨੇ ਕਿਹਾ ਕਿ ਉਹ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ ਹੈ, ਉਹ ਸਾਡੇ ਵਾਂਗ ਕਾਨੂੰਨ ਦੀ ਪਾਲਣਾ ਕਰਨ ਵਾਲੀ ਇਨਸਾਨ ਹੈ। ਉਸ ਦੀ ਨੂੰਹ ਮਨਜੀਤ ਕੌਰ ਭੀੜ ਨੂੰ ਸੰਬੋਧਨ ਕਰਦੇ ਹੋਏ ਰੋ ਪਈ। ਸਾਡੇ ਡਰ, ਮੈਨੂੰ ਉਮੀਦ ਹੈ ਕਿ ਉਹ ਸੱਚ ਨਹੀਂ ਹੋਣਗੇ। ਮੈਨੂੰ ਪ੍ਰਾਰਥਨਾ ਕਰ ਰਹੀ ਹਾਂ ਕਿ ਉਹ ਉੱਥੇ ਠੀਕ ਰਹੇ। ਉਹ ਮੇਰੇ ਲਈ ਸਭ ਕੁਝ ਹੈ। ਪਰਿਵਾਰ ਨੇ ਕਿਹਾ ਕਿ ਉਸਨੇ 2012 ਵਿੱਚ ਉਸ ਦੇ ਸ਼ਰਨ ਦੇ ਦਾਅਵੇ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ICE ਦੀਆਂ ਨਿਗਰਾਨੀ ਦੀਆਂ ਜ਼ਰੂਰਤਾਂ ਦੀ ਵਾਰ-ਵਾਰ ਪਾਲਣਾ ਕੀਤੀ ਹੈ ਅਤੇ ਕਦੇ ਵੀ ਦੇਸ਼ ਨਿਕਾਲੇ ਦਾ ਵਿਰੋਧ ਨਹੀਂ ਕੀਤਾ। ਰਿਸ਼ਤੇਦਾਰਾਂ ਮੁਤਾਬਕ ਉਸਨੇ ਭਾਰਤੀ ਵਣਜ ਸਫਾਰਤਖਾਨੇ ਤੋਂ ਯਾਤਰਾ ਦੇ ਦਸਤਾਵੇਜ਼ ਵੀ ਮੰਗੇ ਸਨ ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ। ਮਨਜੀਤ ਕੌਰ ਨੇ ਪੁੱਛਿਆ ਕਿ ICE ਪਿਛਲੇ 13 ਸਾਲਾਂ ਤੋਂ ਉਸ ਦੇ ਯਾਤਰਾ ਦਸਤਾਵੇਜ਼ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ICE ਇਸ ਨੂੰ 13 ਸਾਲਾਂ ਵਿੱਚ ਪ੍ਰਾਪਤ ਨਹੀਂ ਕਰ ਸਕਦਾ ਤਾਂ ਅਸੀਂ ਇਸ ਨੂੰ ਕਿਵੇਂ ਪ੍ਰਾਪਤ ਕਰਾਂਗੇ। ਹਰਜੀਤ ਕੌਰ ਦੇ ਰਿਸ਼ਤੇਦਾਰ ਉਸ ਦੀ ਸਿਹਤ ਬਾਰੇ ਵੀ ਚਿੰਤਿਤ ਨੇ, ਜੋ ਥਾਇਰਾਇਡ ਦੀ ਬਿਮਾਰੀ, ਗੋਡੇ ਦਰਦ, ਮਾਈਗ੍ਰੇਨ ਅਤੇ ਤਣਾਅ ਦੀ ਬਿਮਾਰੀ ਤੋਂ ਪੀੜਿਤ ਹੈ ਅਤੇ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਨਜ਼ਰਬੰਦੀ ਵਿੱਚ ਆਪਣੀਆਂ ਦਵਾਈਆਂ ਦੀ ਪੂਰੀ ਪਹੁੰਚ ਨਹੀਂ ਮਿਲ ਰਹੀ। ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਆਖਰੀ ਵਾਰ ਫੋਨ ਉੱਤੇ ਗੱਲ ਕੀਤੀ ਤਾਂ ਉਹ ਰੋ ਰਹੀ ਸੀ ਅਤੇ ਮਦਦ ਲਈ ਬੇਨਤੀ ਕਰ ਰਹੀ ਸੀ। ਸੋ ਸੰਸਦ ਮੈਂਬਰ ਜੋਨ ਗਾਰਾਮੈਂਡੀ ਨੇ ਉਸ ਦੀ ਨਜ਼ਰਬੰਦੀ ਨੂੰ ਗਲਤ ਕਿਹਾ ਅਤੇ ICE ਉੱਤੇ ਉਸ ਦੀ ਰਿਹਾਈ ਲਈ ਦਬਾਅ ਪਾਇਆ। ਉਸ ਦੇ ਪਰਿਵਾਰ ਨੇ ਹਰਜੀਤ ਕੌਰ ਦੇ ਨਾਂ ਦੀ ਵੈਬਸਾਈਟ ਵੀ ਸ਼ੁਰੂ ਕੀਤੀ ਹੈ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਉਹ ਗਾਰਾਮੈਂਡੀ, ਸੈਨੇਟਰ ਐਲੈਕਸ ਪੈਡੀਲਾ ਅਤੇ ਲੋਫੋਜ਼ਾ ਬਟਲਰ ਅਤੇ ਵਾਈਟ ਹਾਊਸ ਸਮੇਤ ਚੁਣੇ ਹੋਏ ਅਧਿਕਾਰੀਆਂ ਤੱਕ ਪਹੁੰਚਣ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।